हाँ जी बेटा, ਵੈਲਕਮ ਟੂ ਆਲ ਆਫ ਯੂ। ਅੱਜ ਦੀ ਇਹ ਵੀਡੀਓ 9th ਤੇ 10th ਦੋਨੋਂ ਕਲਾਸ ਦੇ ਸਟੂਡੈਂਟਸ ਲਈ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ, ਕਿਉਂਕਿ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਤੁਹਾਡੇ ਚੈਪਟਰ 13 9th ਦਾ ਵੀ 13th ਚੈਪਟਰ ਹੈ ਤੇ 10th ਦਾ ਵੀ, ਜਿਹੜਾ ਕਿ ਹੈ ਸਰਫੇਸ ਏਰੀਆਜ਼ ਐਂਡ ਵੋਲਿਊਮਸ, ਸਤਹੀ ਖੇਤਰਫਲ ਅਤੇ ਆਇਤਨ। ਤੇ ਮੇਨ ਇਹਦੇ ਵਿੱਚ ਆਪਾਂ ਨੂੰ ਡਿਫਿਕਲਟੀ ਕਿੱਥੇ ਆਉਂਦੀ ਹੈ? ਫਾਰਮੂਲਿਆਂ ਨੂੰ ਰੱਟਾਂ ਲਗਾਉਣ ਵਿੱਚ। ਤਾਂ ਇਸ ਵੀਡੀਓ ਦੇ ਰਾਹੀਂ ਆਪਾਂ ਸਿੱਖਾਂਗੇ ਕਿ ਰੱਟਾਂ ਲਗਾਏ ਬਿਨਾ ਸਮਝ ਕੇ ਆਪਾਂ ਕਿਸ ਤਰ੍ਹਾਂ ਸਾਰੇ ਫਾਰਮੂਲਿਆਂ ਨੂੰ ਯਾਦ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਚੱਲੀਏ ਬੇਟਾ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰੀਏ। ਦ ਵੈਰੀ ਫਸਟ ਫਿਗਰ ਜਿਹੜੀ ਤੁਹਾਡੇ ਕੋਲ ਹੈਗੀ ਹੈ ਬੇਟਾ, ਇਹਦਾ ਨਾਮ ਹੁੰਦਾ ਹੈ ਕਿਊਬ, ਕਣ। ਕਣ ਕਿਸ ਤਰ੍ਹਾਂ ਦੀ ਫਿਗਰ ਹੈ? ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਪਤਾ ਲੱਗ ਗਿਆ ਬੇਟਾ। ਇਹ ਹੈਗੀ ਆ ਤੁਹਾਡੀ ਲੈਂਥ, ਬ੍ਰੈਡਥ ਤੇ ਹਾਈਟ। ਇਸ ਫਿਗਰ ਦੇ ਵਿੱਚ ਇਹ ਤਿੰਨੋਂ ਹੀ ਇਕੁਅਲ ਹੁੰਦੀਆਂ ਨੇ। ਠੀਕ ਹੈ, ਤੇ ਆਪਾਂ ਇਹਨੂੰ ਜਰਨਲੀ ਕੀ ਮੰਨ ਲੈਂਦੇ ਹੁੰਦੇ ਆ? ਏ। ਠੀਕ ਹੈ, ਵੀ ਜਿਹੜਾ ਇਹਦਾ ਐਜ ਹੈ ਜਾਂ ਇਹਦੀ ਸਾਈਡ ਹੈ ਉਹ ਕਿੰਨੀ ਹੈ? ਏ। ਤਾਂ ਬੇਟਾ ਜਦੋਂ ਇਹ ਫਿਗਰ ਖੁੱਲੀ ਹੋਊਗੀ, ਮਤਲਬ ਇਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਡੱਬੇ ਨੇ ਇਹ ਖੋਲ ਦਵਾਂਗੇ, ਤਾਂ ਇਹ ਕਿਸ ਤਰ੍ਹਾਂ ਦੀ ਫਿਗਰ ਦਿਖੇਗੀ ਆਪਾਂ ਨੂੰ? ਕੋਸ਼ਿਸ਼ ਕਰਦੀ ਹਾਂ ਕਿ ਸਹੀ ਡਰਾ ਕਰਾਂ। ਦੇਖੋ ਬੇਟਾ, ਇਸ ਤਰ੍ਹਾਂ ਦੀ ਫਿਗਰ ਇਹ ਲੱਗੇਗੀ ਜਦੋਂ ਖੁੱਲ ਜੇਗੀ। ਤਾਂ ਤੁਸੀਂ ਇਹ ਧਿਆਨ ਦੇਣਾ। ਹਾਂਜੀ, ਹੁਣ ਆਪਾਂ ਇਹਨੂੰ ਦੁਬਾਰਾ ਦੇਖਦੇ ਹਾਂ। ਤੇ ਇਹਦੀਆਂ ਤਿੰਨ ਤਰ੍ਹਾਂ ਦੇ ਬੇਟਾ ਫਾਰਮੂਲੇ ਹੁੰਦੇ ਨੇ ਕਿਊਬ ਦੇ। ਫਸਟ ਹੁੰਦਾ ਇਹਦੀ ਪਾਸਵੀਂ ਸਤ੍ਹਾ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਰਵਡ ਸਰਫੇਸ ਏਰੀਆ। ਸੈਕਿੰਡ ਹੁੰਦੀ ਹੈ ਬੇਟਾ ਇਹਦੀ ਕੁੱਲ ਸਤ੍ਹਾ, ਟੋਟਲ ਸਰਫੇਸ ਏਰੀਆ। ਲਾਸਟ ਜਿਹੜਾ ਹੁੰਦਾ ਇਹਦਾ ਵੋਲਿਊਮ, ਆਇਤਨ, ਸਮਰੱਥਾ। ਠੀਕ ਹੈ, ਇਹਦਾ ਇੱਕ ਤੀਸਰਾ ਸ਼ਬਦ ਕੀ ਹੈ? ਸਮਰੱਥਾ, ਕਪੈਸਿਟੀ। ਠੀਕ ਹੈ, ਤਾਂ ਹੁਣ ਇਹਨੂੰ ਇਹਨਾਂ ਗੱਲਾਂ ਨੂੰ ਸਮਝਦੇ ਹਾਂ ਕਿ ਪਾਸਵੀਂ ਸਤ੍ਹਾ ਕੀ ਹੋਊਗੀ। ਜਿਵੇਂ ਮੈਂ ਹੁਣੀ ਫਿਗਰ ਬਣਾ ਕੇ ਦੱਸਿਆ ਸੀ, ਆਪਾਂ ਕਲਰ ਚੇਂਜ ਕਰਕੇ ਤੁਹਾਨੂੰ ਦਿਖਾਉਂਦੇ ਹਾਂ। 1 2 3 ਤੇ 4, ਮਤਲਬ ਇੱਕ ਸਾਹਮਣੇ ਦਿਖ ਰਿਹਾ ਫੇਸ, ਦੋ ਸਾਈਡਾਂ ਤੇ ਨੇ, ਇੱਕ ਪਿੱਛੇ ਹੈ। ਇਹ ਚਾਰੋਂ ਦੀਵਾਰਾਂ ਨੇ ਤੇ ਇਹ ਇਸ ਫਿਗਰ ਦੀ ਪਾਸਵੀਂ ਸਤ੍ਹਾ ਯਾਨੀ ਕਿ ਕਰਵਡ ਸਰਫੇਸ ਬਣਾਉਂਦੀਆਂ ਨੇ। ਜੇ ਤੁਸੀਂ ਇਹਦੀ ਇੱਕ ਫਿਗਰ ਨੂੰ ਦੇਖੋਗੇ ਬੇਟਾ, ਤਾਂ ਉਹ ਇੱਕ ਸਕੁਅਰ ਹੈ। ਜਿਹੜਾ ਸਕੁਅਰ ਹੈ ਜਿਹਦੀਆਂ ਸਾਈਡਸ ਨੇ ਏ, ਤੇ ਸਕੁਅਰ ਦਾ ਜਿਹੜਾ ਖੇਤਰਫਲ ਹੁੰਦਾ ਉਹ ਕੀ ਹੁੰਦਾ ਹੈ? ਭੁਜਾ ਗੁਣਾ ਭੁਜਾ, ਮਤਲਬ ਏ ਸਕੁਅਰ। ਤੇ ਤੁਹਾਡੇ ਕੋਲ ਇਸ ਏ ਸਕੁਅਰ ਵਾਲੀਆਂ ਕਿੰਨੀਆਂ ਸਾਈਡ ਵਰਗ ਨੇਗੇ? 4। 4 ਕੰਧਾਂ ਨੇ ਨਾ ਆਪਣੇ ਕੋਲੇ। ਤਾਂ ਇਹਦੀ ਜਿਹੜੀ ਪਾਸਵੀਂ ਸਤ੍ਹਾ ਹੈ ਬੇਟਾ ਉਹ ਹੋ ਜੂਗੀ 4a ਸਕੁਅਰ, 4 ਗੁਣਾ ਸਾਈਡ ਦਾ ਸਕੁਅਰ। ਕੁੱਲ ਸਤ੍ਹਾ ਦੇ ਲਈ ਬੱਚੇ ਤੁਹਾਡੇ ਕੋਲੇ ਇਹ ਵਾਲਾ ਫਰਸ਼ ਤੇ ਇਹ ਵਾਲੀ ਛੱਤ, ਇਹ ਵੀ ਇਹਦੇ ਵਿੱਚ ਐਡ ਹੋ ਜਾਏਗੀ। ਠੀਕ ਹੈ, ਤਾਂ ਆਪਣੇ ਕੋਲੇ ਹੋਰ ਕਿੰਨੇ ਜਿਹੜੇ ਨੇ ਵਰਗ ਉਹ ਐਡ ਹੋ ਜਾਣਗੇ? ਇੱਕ ਤਾਂ ਇਹ ਵਾਲਾ, ਇੱਕ ਇਹ ਫਰਸ਼ ਵਾਲਾ। 2 ਵਰਗਾਂ ਦਾ ਖੇਤਰਫਲ ਹੋਰ ਵਿੱਚ ਐਡ ਹੋ ਜਾਏਗਾ 4 ਦੇ, ਤਾਂ ਇਹ ਕਿੰਨਾ ਬਣ ਜਾਏਗਾ? 6a ਸਕੁਅਰ। ਦੋਨੋਂ ਪਤਾ ਲੱਗ ਗਏ ਕਿੱਦਾਂ ਬਣੇ ਨੇ? ਪਹਿਲਾਂ ਚਾਰੇ ਕੰਧਾਂ ਸੀਗੀਆਂ ਕਰਵਡ ਸਰਫੇਸ ਏਰੀਆ ਦੇ ਵਿੱਚ, ਕੁੱਲ ਸਤ੍ਹਾ ਦੇ ਵਿੱਚ ਆਪਣੇ ਕੋਲੇ ਫਰਸ਼ ਤੇ ਛੱਤ ਵੀ ਐਡ ਹੋ ਗਈ, ਤਾਂ ਉਹ ਬਣ ਗਿਆ 6a ਸਕੁਅਰ। ਵੋਲਿਊਮ, ਇਹਦਾ ਵੋਲਿਊਮ ਕੱਢਣ ਦੇ ਲਈ ਬੇਟਾ ਆਪਾਂ ਨੂੰ ਜਿਹੜੀ ਭੁਜਾ ਹੈ ਉਹਨੂੰ 3 ਵਾਰ ਗੁਣਾ ਕਰਨਾ ਪਵੇਗਾ a ਕਿਊਬ। ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਕਰਦੇ ਹੁੰਦੇ ਆ, ਤਾਂ ਉਹ ਤਿੰਨੋਂ ਹੀ ਸੇਮ ਨੇ, ਤਾਂ ਆਪਣਾ ਜਿਹੜਾ ਵੋਲਿਊਮ ਹੈ ਉਹ ਕਿੰਨਾ ਆ ਜਾਏਗਾ? a ਕਿਊਬ। ਇਹਨੂੰ ਵੀ ਆਪਾਂ ਸਮਝਦੇ ਹਾਂ। ਹਾਂਜੀ, ਤਾਂ ਆਪਾਂ ਵੋਲਿਊਮ ਤੇ ਸੀ ਬੇਟਾ, ਤਾਂ ਇਹ ਦੇਖੋ ਇਹਦੀ ਹਾਈਟ, ਬ੍ਰੈਡਥ ਤੇ ਜਿਹੜੀ ਲੈਂਥ ਸੀ, ਇਹ ਤਿੰਨੋਂ ਕੀ ਸੀਗੀਆਂ? a। ਤਾਂ ਜਦੋਂ ਆਪਾਂ ਇਹਨੂੰ ਡਰਾ ਕਰਦੇ ਹਾਂ, ਇੱਕ ਮਿੰਟ, ਜਦੋਂ ਆਪਾਂ ਇਹਨੂੰ ਡਰਾ ਕਰਦੇ ਹਾਂ ਤਾਂ ਇਹ ਜਿਹੜੀ ਲਾਈਨ ਹੈ ਇਸ ਤੇ ਸਿੱਧੀ ਖੜੀ ਨਜ਼ਰ ਆਉਂਦੀ ਹੈ, a ਤੇ a। ਹੁਣ ਇਹ 3D ਫਿਗਰ ਹੈ, ਇਹਨੂੰ ਆਪਾਂ ਇੱਥੇ ਡਰਾ ਨਹੀਂ ਕਰ ਸਕਦੇ। ਠੀਕ ਹੈ, ਤਾਂ ਇਹਦੇ ਜਿਹੜਾ ਇਹਨੇ ਸਾਰਾ ਇਹ ਥਾਂ ਘੇਰਿਆ ਉਹ ਇਹਦਾ ਕੀ ਹੋਊਗਾ? ਵੋਲਿਊਮ, ਇਹਦੀ ਕਪੈਸਿਟੀ। ਮਤਲਬ
ਇਸ ਜਗ੍ਹਾ ਦੇ ਵਿੱਚ ਜੋ ਇਹ ਡੱਬਾ ਬਣਾਇਆ ਹੋਇਆ ਬੇਟਾ, ਇਹਦੇ ਵਿੱਚ ਕਿੰਨੀ ਚੀਜ਼ ਰੱਖੀ ਜਾ ਸਕਦੀ ਹੈ, ਉਹ ਇਸ ਦੀ ਕੀ ਹੁੰਦੀ ਹੈ, ਕਪੈਸਿਟੀ, ਵੋਲਿਊਮ। ਤਾਂ ਕਿਊਬ ਦਾ ਵੋਲਿਊਮ ਕੀ ਹੋਏਗਾ ਬੇਟਾ, A ਕਿਊਬ। ਲੇਟਰਲ ਜਿਹੜਾ ਕਰਵਡ ਸਰਫੇਸ ਏਰੀਆ ਬੇਟਾ, ਉਹਦੇ ਲਈ ਦੂਜਾ ਸ਼ਬਦ ਹੁੰਦਾ ਹੈ ਲੇਟਰਲ। ਤਾਂ ਲੇਟਰਲ ਸਰਫੇਸ ਏਰੀਆ ਕਿੰਨਾ ਹੈ, 4A ਸਕੁਅਰ। ਤੇ ਇਹਦਾ ਟੋਟਲ ਸਰਫੇਸ ਏਰੀਆ ਕਿੰਨਾ ਹੈ, 6A ਸਕੁਅਰ। ਤਾਂ ਦੇਖੋ ਇੱਕ ਫਿਗਰ ਤੁਹਾਨੂੰ ਕਲੀਅਰਲੀ ਸਮਝ ਆ ਗਈ ਕਿ ਫਾਰਮੂਲੇ ਕਿੱਦਾਂ ਬਣੇ ਨੇ, ਤਾਂ ਤੁਹਾਨੂੰ ਹੁਣ ਯਾਦ ਵੀ ਹੋ ਜਾਣਗੇ। ਨੈਕਸਟ ਜਿਹੜੀ ਫਿਗਰ ਹੈ ਬੇਟਾ, ਉਹ ਹੈਗੀ ਹੈ ਕਿਊਬੋਇਡ। ਕਿਊਬੋਇਡ ਦੇ ਵਿੱਚ ਕੀ ਹੁੰਦਾ ਹੈ, ਸੇਮ ਕਿਊਬ ਵਰਗੀ ਸ਼ਕਲ ਦਿਖ ਰਹੀ ਹੈ, ਬਟ ਡਿਫਰੈਂਸ ਹੈ ਕਿ ਇਹਦੀ ਲੈਂਥ, ਵਿਡਥ ਤੇ ਹਾਈਟ ਤਿੰਨੋਂ ਡਿਫਰੈਂਟ ਹੁੰਦੀਆਂ ਨੇ। ਤੇ ਇਹਨੂੰ ਆਪਾਂ ਜਰਨਲੀ L, B ਤੇ H ਮੰਨ ਲੈਂਦੇ ਹੁੰਦੇ ਆ, ਠੀਕ ਹੈ। ਤਾਂ ਇਹਦੇ ਵਿੱਚ ਵੀ ਸੇਮ ਉਹੀ ਗੱਲ ਬੇਟਾ, ਜਦੋਂ ਛੱਤ ਤੇ ਨੀਚੇ ਵਾਲਾ ਇਹ ਫਰਸ਼ ਛੱਡ ਦਾਂਗੇ ਤਾਂ ਆਪਣੇ ਕੋਲੇ ਸਿਰਫ ਚਾਰੋਂ ਦੀਵਾਰਾਂ ਬਚਣਗੀਆਂ ਤੇ ਉਹ ਹੋਏਗੀ ਆਪਣੀ ਪਾਸਵੀਂ ਸਤ੍ਹਾ ਦਾ ਖੇਤਰਫਲ, ਕਰਵਡ ਸਰਫੇਸ ਏਰੀਆ। ਹੁਣ ਬੇਟਾ ਇਹਦੇ ਵਿੱਚ ਫਰਕ ਕੀ ਪਏਗਾ, ਇੱਕ ਮਿੰਟ ਲਈ ਆਪਾਂ ਇਹਨੂੰ ਥੋੜਾ ਹਾਈਡ ਕਰਦੇ ਹਾਂ। ਜਦੋਂ ਇਹਨੂੰ ਖੋਲ ਕੇ ਬਣਾਵਾਂਗੇ ਫਿਗਰ ਇਹ ਉਸੇ ਤਰ੍ਹਾਂ ਦੀ ਹੀ ਬਣੇਗੀ, ਪਰ ਜਿਹੜੇ ਆਪਣੇ ਡੱਬੇ ਨੇ ਉਹ ਛੋਟੇ ਵੱਡੇ ਹੋ ਜਾਣਗੇ, ਕਿਉਂਕਿ ਕਿਸੇ ਦੀ ਲੈਂਥ ਹੋਊ, ਕਿਸੇ ਦੀ ਹਾਈਟ ਹੋਊ। ਸੇਮ ਉਸੇ ਤਰ੍ਹਾਂ ਨਾਲ ਬੇਟਾ ਇਹ ਛੱਤ ਤੇ ਫਰਸ਼ ਹੋ ਜਾਣਗੇ, ਠੀਕ ਹੈ। ਜੋ ਬੇਸ ਹੈ, ਜੋ ਫਲੋਰ ਹੈਗਾ, ਨੀਚੇ ਵਾਲਾ ਬੇਸ ਆਊਗਾ ਆਪਣੇ ਕੋਲੇ, ਉਹਦੇ ਵਿੱਚ ਹੋਣਗੇ ਬੱਚੇ L ਤੇ B। ਤਾਂ L B ਜੋ ਇਹਦੇ ਉੱਪਰ ਆਏਗਾ ਉਹ ਵੀ ਹੋਏਗਾ L ਤੇ B, ਠੀਕ ਹੈ। ਹੁਣ ਜਿਹੜੀਆਂ ਦੀਵਾਰਾਂ ਨੇ, ਆਮਣੇ ਸਾਹਮਣੇ ਵਾਲੀਆਂ ਦੀਵਾਰਾਂ, ਇੱਕ ਦੇ ਵਿੱਚ ਬ੍ਰੈਡਥ ਤੇ ਹਾਈਟ ਹੀ ਹੋਏਗਾ, ਬ੍ਰੈਡਥ ਤੇ ਹਾਈਟ। ਦੂਸਰੀ ਦੇ ਵਿੱਚ ਬੇਟਾ ਲੈਂਥ ਤੇ ਹਾਈਟ ਹੋਏਗਾ। ਤੁਸੀਂ ਇਹਨੂੰ ਆਪਣੇ ਜਿਹੜੇ ਕਮਰੇ ਦੇ ਵਿੱਚ ਬੈਠ ਕੇ ਵੀਡੀਓ ਨੂੰ ਦੇਖ ਰਹੇ ਹੋ, ਉਸ ਕਮਰੇ ਨੂੰ ਹੀ ਧਿਆਨ ਨਾਲ ਦੇਖੋ। ਜਿਹੜੇ ਫਰਸ਼ ਤੇ ਤੁਸੀਂ ਬੈਠੇ ਹੋ ਬੇਟਾ, ਉਹਦੇ ਵਿੱਚ ਕੱਲੀ ਲੰਬਾਈ ਤੇ ਚੌੜਾਈ ਹੀ ਨੇ, ਠੀਕ ਹੈ, ਲੰਬਾਈ ਤੇ ਚੌੜਾਈ। ਜੇ ਆਪਾਂ ਉਹਨਾਂ ਦਾ ਖੇਤਰਫਲ ਕੱਢਣਾ ਹੋਊਗਾ ਤਾਂ ਗੁਣਾ ਕਰਨਾ ਪਊ, ਬਿਕੋਜ਼ ਉਹ ਇੱਕ ਆਇਤ ਬਣ ਰਹੀ ਹੈ। ਐਦਾਂ ਹੀ ਜਦੋਂ ਤੁਸੀਂ ਆਪਣੀ ਛੱਤ ਵੱਲ ਦੇਖਦੇ ਹੋ ਤਾਂ ਉਹਦੇ ਵਿੱਚ ਕੀ ਹੋਊਗਾ, ਉਹ ਵੀ ਲੰਬਾਈ ਤੇ ਚੌੜਾਈ ਹੀ ਹੋਣਗੇ, ਠੀਕ ਹੈ। ਤੇ ਜਿਹੜੇ ਆਪਣੇ ਤੁਹਾਡੇ ਸਾਹਮਣੇ, ਤੁਹਾਡੇ ਅੱਖਾਂ ਦੇ ਸਾਹਮਣੇ ਜੋ ਸਾਈਡ ਹੋਊਗੀ, ਉਹ ਜਾਂ ਤਾਂ ਲੰਬਾਈ ਗੁਣਾ ਉਚਾਈ ਹੋਊਗੀ ਜਾਂ ਫਿਰ ਉਹ ਚੌੜਾਈ ਗੁਣਾ ਉਚਾਈ ਹੋਊਗੀ, ਠੀਕ ਹੈ। ਤਾਂ ਇਸ ਤਰ੍ਹਾਂ ਆਪਣੇ ਕੋਲ ਇਹ 6 ਜਿਹੜੇ ਨੇ ਖੇਤਰਫਲ ਬਣ ਰਹੇ ਨੇ। ਇਹਨਾਂ 6 ਖੇਤਰਫਲਾਂ ਦੇ ਵਿੱਚੋਂ ਜੇ ਆਪਾਂ ਸਿਰਫ ਚਾਰੋਂ ਕੰਧਾਂ ਦਾ ਜੋੜ ਦਿੰਨੇ ਆ ਖੇਤਰਫਲ, ਤਾਂ ਉਹ ਬਣ ਜੂਗਾ ਇਹਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਹਾਂਜੀ, ਤਾਂ ਪਾਸਵੀਂ ਸਤ੍ਹਾ ਦੇ ਖੇਤਰਫਲ ਦਾ ਫਾਰਮੂਲਾ ਬੇਟਾ ਕੀ ਬਣਦਾ ਹੈ, 2 × ਹਾਈਟ ਲੈਂਥ ਪਲੱਸ ਬ੍ਰੈਡਥ। ਇਹ ਕੀ ਹੈ, ਕਰਵਡ ਸਰਫੇਸ ਏਰੀਆ, ਲੇਟਰਲ ਸਰਫੇਸ ਏਰੀਆ, ਠੀਕ ਹੈ ਬੇਟਾ ਜੀ। ਇਹ ਇੰਨਾ ਕਲੀਅਰ ਹੋ ਗਿਆ ਤੁਹਾਨੂੰ। ਜੇ ਇਹਨੂੰ ਹੁਣ ਖੋਲ ਕੇ ਦੇਖੋਗੇ ਬੱਚੇ ਤਾਂ ਇਹ ਕੀ ਬਣੇਗਾ, 2LH + 2HB। ਤਾਂ ਉਹੀ ਦੋ ਜਿਹੜੀਆਂ ਕੰਧਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ, ਉਹ ਦੋ ਵਾਰ ਆ ਰਹੀਆਂ ਨੇ, ਤਾਂ ਆਪਾਂ ਉਹਨੂੰ ਦੋ ਵਾਰ ਐਡ ਕਰਤਾ ਤੇ ਉਸ ਤੋਂ ਜਿਹੜੀਆਂ ਨੇ 2 ਨੂੰ ਕਾਮਨ ਕੱਢ ਲਿਆ, ਤੇ ਆਪਣੇ ਕੋਲੇ ਫਾਈਨਲ ਇਹ ਫਾਰਮੂਲਾ ਬਣਦਾ ਜੋ ਆਪਾਂ ਯਾਦ ਰੱਖਣਾ, 2 × ਹਾਈਟ ਬ੍ਰੈਕਟ ਦੇ ਵਿੱਚ ਲੈਂਥ ਪਲੱਸ ਬ੍ਰੈਡਥ। ਹੁਣ ਜੇ ਆਪਾਂ ਇਹਦਾ ਟੋਟਲ ਸਰਫੇਸ ਏਰੀਆ ਕੱਢਦੇ ਹਾਂ, ਟੋਟਲ ਸਰਫੇਸ ਏਰੀਆ, ਤਾਂ ਉਹਦੇ ਵਿੱਚ ਇਹ ਛੱਤ ਤੇ ਇਹ ਫਰਸ਼ ਇਹ ਵੀ ਵਿੱਚ ਐਡ ਹੋ ਜਾਣਗੇ, ਤੇ ਇਹਨਾਂ ਦਾ ਏਰੀਆ ਆਪਾਂ ਕੀ ਕਿਹਾ ਸੀ, L × B ਹੁੰਦਾ। ਹੁਣ ਆਪਣੇ ਕੋਲੇ 2 ਵਾਰ ਤਾਂ LB ਹੈ, 2 ਵਾਰੀ BH ਹੈ ਤੇ 2 ਵਾਰੀ LH ਹੈ, ਤਾਂ ਇਹਨਾਂ ਦੇ ਵਿੱਚੋਂ ਕੁਝ ਵੀ ਕਾਮਨ ਨਹੀਂ ਆ ਰਿਹਾ, ਤਾਂ ਆਪਾਂ 2 ਕਾਮਨ ਕੱਢ ਸਕਦੇ ਹਾਂ। ਸਿਰਫ ਇਹ ਬਣ ਜੂਗਾ LB BH + HL, ਲੰਬਾਈ ਗੁਣਾ ਚੌੜਾਈ ਪਲੱਸ ਚੌੜਾਈ ਗੁਣਾ ਉਚਾਈ ਪਲੱਸ ਉਚਾਈ ਗੁਣਾ ਲੰਬਾਈ। ਤਾਂ ਇਹ ਕੀ ਬਣ ਜਾਏਗਾ, ਟੋਟਲ ਸਰਫੇਸ ਏਰੀਆ, ਕੁੱਲ ਸਤ੍ਹਾ ਦਾ ਖੇਤਰਫਲ। ਹੁਣ ਰਹਿ ਗਿਆ ਬੱਚੇ ਆਪਣੇ ਕੋਲੇ ਵੋਲਿਊਮ। ਵੋਲਿਊਮ ਦੇ ਲਈ ਸੇਮ ਕੀ ਗੱਲ ਆਣੀ ਹੈ ਕਿ ਇੱਧਰ ਆਪਣੇ ਕੋਲੇ ਹੈਗੀ ਹੈ ਲੈਂਥ, ਬ੍ਰੈਡਥ, ਹਾਈਟ,
ਤੇ ਇਸ ਤਿੰਨੇ ਲੈਂਥ, ਬ੍ਰੈਡਥ ਤੇ ਹਾਈਟ ਨੇ, ਇਹ ਜੋ ਅੰਦਰ ਸਾਰਾ ਏਰੀਆ ਕਵਰ ਕੀਤਾ ਹੈ, ਜਿਹੜੀ ਇਹਦੀ ਕਪੈਸਿਟੀ ਹੈ, ਜੋ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂ, ਜਿੰਨੀ ਇਹਦੀ ਧਾਰਨ ਸਮਰੱਥਾ ਹੈ, ਉਹ ਸਾਰਾ ਕੀ ਹੋਊਗਾ, ਵੋਲਿਊਮ। ਤਾਂ ਉੱਦਾਂ ਹੀ ਆਪਾਂ ਐਲ, ਬੀ ਤੇ ਐਚ ਨੂੰ ਮਲਟੀਪਲਾਈ ਕਰ ਦਾਂਗੇ, ਇਹਨੂੰ ਆਪਾਂ ਕਹਿੰਦੇ ਆ ਵੋਲਿਊਮ, ਆਇਤਨ, ਕੈਪੈਸਿਟੀ, ਸਮਰੱਥਾ। ਠੀਕ ਹੈ ਜੀ, ਇਹ ਫਿਗਰ ਸਮਝ ਆ ਗਈ। ਤਾਂ ਮੂਵ ਕਰਦੇ ਹਾਂ ਆਪਣੀ ਨੈਕਸਟ ਫਿਗਰ ਤੇ। ਨੈਕਸਟ ਹੈਗੀ ਆ, ਦੇਖੋ ਬੇਟਾ ਆਪਣੇ ਕੋਲੇ ਫਿਗਰ ਸਿਲੰਡਰ। ਸਿਲੰਡਰ ਜਿਹੜੀ ਸ਼ੇਪ ਹੈ ਉਹ ਦੋ ਤਰ੍ਹਾਂ ਦੀ ਹੈ, ਇੱਕ ਤਾਂ ਹੁੰਦੀ ਹੈ ਹੋਲੋ ਜੋ ਖਾਲੀ ਹੈ, ਇੱਕ ਹੁੰਦੀ ਹੈ ਸੋਲਿਡ ਜੋ ਭਰੀ ਹੋਈ ਹੈ। ਠੀਕ ਹੈ, ਜਿਵੇਂ ਹੁਣ ਆਪਾਂ ਹੋਲੋ ਮੰਨ ਲਈਏ ਤਾਂ ਇਹ ਇੱਕ ਪਾਈਪ ਹੋ ਸਕਦਾ ਹੈ ਜਿਹੜਾ ਖੁੱਲ੍ਹਾ ਹੈ, ਉੱਪਰਲੇ ਪਾਸਿਓਂ ਵੀ ਤੇ ਹੇਠਲੇ ਪਾਸਿਓਂ ਵੀ ਖੁੱਲ੍ਹਾ ਹੈ, ਉਹਦੇ ਵਿੱਚ ਕੁਝ ਵੀ ਨਹੀਂ ਹੈ, ਉਹ ਖਾਲੀ ਹੈ। ਠੀਕ ਹੈ, ਜਿਸ ਤਰ੍ਹਾਂ ਇਹ ਇੱਕ ਲੱਕੜ ਦਾ ਬੇਟਾ ਦਿਖਾਇਆ ਹੋਇਆ ਹੈ ਸਿਲੰਡਰ, ਇਹ ਸੋਲਿਡ ਹੈ। ਪਹਿਲਾਂ ਤਾਂ ਇਹ ਦੋ ਸ਼ਬਦਾਂ ਤੇ ਧਿਆਨ ਦਿਓ, ਖਾਲੀ ਹੁੰਦਾ, ਇੱਕ ਸੋਲਿਡ ਹੁੰਦਾ। ਹੁਣ ਸਿਲੰਡਰ ਆਪਣੇ ਦੇ ਪਾਰਟਸ ਦੇਖਦੇ ਹਾਂ ਆਪਾਂ। ਸਿਲੰਡਰ ਜੋ ਹੈ ਬੇਟਾ, ਉਹਦੀ ਇੱਕ ਤਾਂ ਦੇਖੋ ਉੱਪਰ ਸਰਕਲ ਹੈ, ਇੱਕ ਨੀਚੇ ਸਰਕਲ ਹੈ। ਉਹਨਾਂ ਸਰਕਲਾਂ ਦਾ ਕਿਤੇ ਤਾਂ ਸੈਂਟਰ ਹੋਏਗਾ ਨਾ, ਜਦੋਂ ਆਪਾਂ ਉਸ ਸੈਂਟਰ ਨੂੰ ਸੈਂਟਰ ਨਾਲ ਮਿਲਾਉਂਦੇ ਹਾਂ ਤਾਂ ਉਹ ਬਣਦੀ ਹੈ ਸਿਲੰਡਰ ਦੀ ਹਾਈਟ। ਜਦੋਂ ਆਪਾਂ ਉਸ ਸਰਕਲ ਦਾ ਦੇਖਦੇ ਹਾਂ ਕਿ ਕਿੰਨਾ ਰੇਡੀਅਸ ਹੈ, ਉਹ ਬਣਦਾ ਬੇਟਾ ਉਹਦਾ ਅਰਧ ਵਿਆਸ। ਉੱਪਰ ਵੀ ਸੇਮ ਹੁੰਦਾ ਹੈ, ਬੇਸ ਤੇ ਵੀ ਸੇਮ ਹੁੰਦਾ। ਸੇਮ ਆਪਣੇ ਕੋਲੇ ਇਹਦੇ ਵਿੱਚ ਵੀ ਉੱਪਰ ਤੇ ਨੀਚੇ ਹੋਏਗਾ, ਇਹਦੇ ਵਿੱਚ ਸੈਂਟਰ ਜਿਹਨੂੰ ਆਪਾਂ ਐਚ ਕਹਾਂਗੇ, ਹਾਈਟ ਤੇ ਉੱਪਰ ਆਪਾਂ ਕਹਾਂਗੇ ਇਹਨੂੰ ਰੇਡੀਅਸ। ਜਿਹੜੇ ਇਹਦੇ ਪਾਰਟਸ ਨੇ ਬੇਟਾ, ਜਦੋਂ ਉਹ ਹੋਲੋ ਸਿਲੰਡਰ ਹੈ ਤਾਂ ਉਹਨੂੰ ਜਦੋਂ ਆਪਾਂ ਖੋਲਦੇ ਹਾਂ ਤਾਂ ਉਹ ਇੱਕ ਰਿਕਟੈਂਗਲ ਬਣ ਜਾਂਦੀ ਹੈ। ਤੁਸੀਂ ਕੀ ਕਰਨਾ, ਇੱਕ ਪੇਜ ਲੈਣਾ ਕਾਪੀ ਦਾ ਤੇ ਉਹਨੂੰ ਸਿਲੰਡਰ ਸ਼ੇਪ 'ਚ ਮੋੜ ਦੇਣਾ, ਫਿਰ ਦੁਬਾਰਾ ਖੋਲ੍ਹਣਾ। ਤੁਹਾਨੂੰ ਇਹ ਇੱਦਾਂ ਦਿਖੇਗਾ ਕਿ ਤੁਸੀਂ ਇੱਕ ਸਿਲੰਡਰ ਨੂੰ ਖੋਲ੍ਹ ਕੇ ਆਇਤ ਬਣਾ ਦਿੱਤੀ ਹੈ। ਜੋ ਇਹਦੀ ਹਾਈਟ ਹੋਏਗੀ ਬੇਟਾ, ਉਹੀ ਤੁਹਾਡੀ ਰਿਕਟੈਂਗਲ ਦੀ ਵੀ ਹਾਈਟ ਹੋਏਗੀ। ਹੁਣ ਲੈਂਥ ਕਿਹੜੀ ਖੁੱਲੀ ਹੈ, ਇਹ ਵਾਲਾ ਚੱਕਰ ਦਾ ਜਿਹੜਾ ਘੇਰਾ ਹੈ ਉਹ ਇਹ ਲੈਂਥ ਬਣ ਗਈ। ਹੁਣ ਚੱਕਰ ਦੇ ਘੇਰੇ ਦਾ ਫਾਰਮੂਲਾ ਕੀ ਹੁੰਦਾ, 2πr, ਤਾਂ ਉਹ ਇਹਦੀ ਲੈਂਥ ਬਣ ਗਈ। ਹਾਈਟ ਕਿੰਨੀ ਹੈ, h। ਤਾਂ ਆਪਾਂ ਫਾਰਮੂਲਾ ਕਿਵੇਂ ਲਿਖਦੇ ਹੁੰਦੇ ਆ ਰਿਕਟੈਂਗਲ ਦਾ? ਰਿਕਟੈਂਗਲ ਦਾ ਫਾਰਮੂਲਾ ਲਿਖਦੇ ਹੁੰਦੇ ਆਪਾਂ ਲੰਬਾਈ ਗੁਣਾ ਚੌੜਾਈ। ਇਹੀ ਆਪਣਾ ਬੇਟਾ ਕਰਵਡ ਸਰਫੇਸ ਏਰੀਆ ਕਿਹਦਾ, ਸਿਲੰਡਰ ਦਾ। L ਕਿੰਨੀ ਹੈ, 2πr ਤੇ B ਕਿੰਨੀ ਹੈ, h। ਤੇ ਆਪਣਾ ਫਾਰਮੂਲਾ ਬਣ ਗਿਆ ਬੇਟਾ 2πrh। ਤੇ ਹੁਣ ਆਪਾਂ ਬਣਾਉਣਾ ਇਹਦਾ ਟੋਟਲ ਸਰਫੇਸ ਏਰੀਆ। ਉਹ ਕਿਸ 'ਚ ਆਏਗਾ, ਜਿਹੜਾ ਸੋਲਿਡ ਸਿਲੰਡਰ ਹੋਏਗਾ, ਕਿਉਂਕਿ ਉਹਦੇ ਉੱਪਰ ਵੀ ਸਰਕਲ ਹੈ, ਉਹਦੇ ਨੀਚੇ ਵੀ ਸਰਕਲ ਹੈ। ਤਾਂ ਇਹ ਕਿੱਦਾਂ ਪਤਾ ਲੱਗੇਗਾ, 2πrh ਤਾਂ ਰਹੂਗਾ ਹੀ, ਕਰਵਡ ਤਾਂ ਰਹੂਗਾ ਹੀ। ਇੱਕ ਤਾਂ ਉਹਦੇ ਉੱਪਰ ਵਾਲੇ ਸਰਕਲ ਦਾ ਏਰੀਆ ਜੁੜ ਜਾਏਗਾ, ਇੱਕ ਹੇਠਾਂ ਵਾਲੇ ਸਰਕਲ ਦਾ ਏਰੀਆ ਪਲੱਸ ਹੋ ਜਾਏਗਾ। ਦੇਖੋ ਇੱਕ ਉੱਪਰ ਸਰਕਲ ਹੈ, ਇੱਕ ਨੀਚੇ ਸਰਕਲ ਹੈ, ਤਾਂ ਉਹਨਾਂ ਦਾ ਸਰਕਲ ਦਾ ਏਰੀਆ ਹੁੰਦਾ πr²। 2 ਟਾਈਮਸ ਉਹ ਐਡ ਹੋ ਜਾਏਗਾ, ਤਾਂ 2πrh ਪਲੱਸ 2πr²। ਲਾਈਕ ਟਰਮ ਸੀਗੀਆਂ ਨਾ, ਸੇਮ ਸੀਗੀਆਂ, ਤਾਂ ਇਹ ਐਡ ਹੋ ਸਕਦੀਆਂ ਨੇ। 2πr ਦੋਨੋਂ ਵਿੱਚੋਂ ਕਾਮਨ ਆ ਰਿਹਾ ਹੈ। ਫਸਟ ਕੋਲ ਕੀ ਰਹਿ ਗਿਆ, h। ਸੈਕਿੰਡ ਕੋਲ ਕੋਈ ਰਹਿ ਗਿਆ ਆਪਣੇ ਕੋਲੇ 1r। ਤਾਂ ਜਿਹੜਾ ਟੋਟਲ ਸਰਫੇਸ ਏਰੀਆ ਹੈ ਬੇਟਾ, ਉਹ ਬਣ ਜਾਊਗਾ 2πr ਬ੍ਰੈਕਟ ਦੇ ਵਿੱਚ h ਪਲੱਸ r। ਤਾਂ ਦੇਖੋ ਸਿਲੰਡਰ ਦੇ ਦੋਨੋਂ ਫਾਰਮੂਲੇ ਤੁਹਾਨੂੰ ਸਮਝ ਆ ਗਏ। ਥਰਡ ਵਨ ਰਹਿ ਗਿਆ ਬੇਟਾ ਇਹਦਾ ਵੋਲਿਊਮ, ਵੀ ਇਸ ਸਿਲੰਡਰ ਦੀ ਧਾਰਨ ਸਮਰੱਥਾ ਕੀ ਹੈ, ਇਹਦਾ ਆਇਤਨ ਕੀ ਹੈ। ਉਹ ਹੁੰਦਾ ਬੇਟਾ ਜੀ πr²h। ਇਹ ਤੁਹਾਨੂੰ ਯਾਦ ਰੱਖਣਾ ਪੈਣਾ ਤਿੰਨੋਂ ਫਾਰਮੂਲੇ, ਕਿਉਂਕਿ ਬਹੁਤ ਸਾਰੇ ਕੁਐਸਚਨਸ 9th ਵਿੱਚ, 10th ਵਿੱਚ, ਸਾਰੀਆਂ ਸ਼ੇਪਸ ਦੀਆਂ ਐਕਸਰਸਾਈਜ਼ਸ ਨੇ 9th ਵਿੱਚ ਤਾਂ ਤੁਹਾਨੂੰ ਟੋਟਲੀ ਸਾਰੀਆਂ ਸ਼ੇਪਸ ਦੀਆਂ 8 ਦੀਆਂ 8 ਐਕਸਰਸਾਈਜ਼ਸ ਨੇ। 10th ਦੇ ਵਿੱਚ ਇਹ ਸਾਰੀਆਂ ਸ਼ੇਪਸ ਬੇਟਾ ਐਡ ਹੋ ਕੇ ਜਾਂ ਫਿਰ ਇੱਕ ਚੀਜ਼ ਨੂੰ ਤੋੜ ਕੇ ਦੂਸਰੀ ਚੀਜ਼ ਬਣਾਉਣੀ ਹੈ, ਜਾਂ ਇੱਦਾਂ ਦੇ ਸਾਰੇ ਕੁਐਸਚਨਸ ਜਿਹੜੇ ਉਹ ਤੁਹਾਡੇ 10th ਦੇ ਵਿੱਚ ਆਉਣਗੇ। ਤਾਂ ਸਾਰੇ ਫਾਰਮੂਲਿਆਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਯਾਦ ਕਰੋ। ਰੱਟਾ ਲਗਾ ਕੇ ਯਾਦ ਕਰੋਗੇ ਤਾਂ ਫਿਰ ਉਹ ਯਾਦ ਨਹੀਂ ਰਹਿਣਗੇ। ਤਾਂ ਆਪਾਂ ਬੈਕ ਆਈਏ ਆਪਣੇ ਗੱਲ ਤੇ। ਕਰਵਡ ਸਰਫੇਸ ਏਰੀਆ ਕੀ ਬਣ ਗਿਆ ਜੀ ਸਿਲੰਡਰ ਦਾ, 2πrh। ਟੋਟਲ ਸਰਫੇਸ ਏਰੀਆ ਬਣ ਗਿਆ ਬੇਟਾ 2πrh ਪਲੱਸ r, ਤੇ ਵੋਲਿਊਮ ਹੋ ਗਿਆ ਜੀ πr²h। ਅਗਲੀ ਫਿਗਰ ਵੱਲ ਜਾਂਦੇ ਹਾਂ। ਇਹ ਹੈਗਾ ਆਪਣੇ ਕੋਲੇ ਨੈਕਸਟ ਫਿਗਰ ਕੋਨ। ਠੀਕ ਹੈ ਜੀ, ਤਾਂ ਕੋਨ ਇਹ ਵੀ ਆਪਣੇ ਕੋਲੇ ਸੋਲਿਡ ਵੀ ਹੋ ਸਕਦੇ ਨੇ, ਹੋਲੋ ਵੀ ਹੋ ਸਕਦੇ ਨੇ। ਤਾਂ ਜਿਹੜਾ ਕੋਨ ਹੈ ਬੇਟਾ, ਉਹਦੇ ਉੱਪਰ ਵਾਲੀ ਟਿਪ ਨੂੰ ਜਦੋਂ ਆਪਾਂ ਨੀਚੇ ਵਾਲੇ ਸਰਕਲ ਦੇ ਸੈਂਟਰ ਨਾਲ ਮਿਲਾਵਾਂਗੇ ਤਾਂ ਉਹਨੂੰ ਆਪਾਂ ਕਹਿੰਦੇ ਹੁੰਦੇ ਆ h।
ਸੇਮ ਜਿਹੜਾ ਸਰਕਲ ਦਾ ਰੇਡੀਅਸ ਵੀ ਹੋਏਗਾ। ਪਰ ਇਹਦੇ ਵਿੱਚ ਇੱਕ ਨਵੀਂ ਚੀਜ਼ ਐਡ ਹੋ ਗਈ। ਦੇਖੋ ਜਿਹੜੀ ਇਹ ਇਧਰੋਂ ਟੇਢੀ ਲਾਈਨ ਆ ਰਹੀ ਹੈ, ਇਹ ਵਾਲੀ ਲਾਈਨ ਤੇ ਇਹ ਵਾਲੀ ਲਾਈਨ, ਇਹਨੂੰ ਆਪਾਂ ਕਹਿੰਦੇ ਹੁੰਦੇ ਆ ਸਲਾਂਟ ਹਾਈਟ, ਤੇ ਇਹਨੂੰ ਸ਼ੋਅ ਕਰਦੇ ਹੁੰਦੇ ਆ ਐਲ ਨਾਲ, ਤਿਰਛੀ ਉਚਾਈ। ਠੀਕ ਹੈ ਜੀ। ਤਾਂ ਇਹ ਇਹਦੀਆਂ ਤਿੰਨ ਜਿਹੜੇ ਇਹਦੇ ਪਾਰਟਸ ਨੇ, ਤਿਰਛੀ ਉਚਾਈ, ਸਿੱਧੀ ਉਚਾਈ ਤੇ ਅਰਧ ਵਿਆਸ। ਹੁਣ ਇਹਦੇ ਵੀ ਬੇਟਾ ਤਿੰਨ ਫਾਰਮੂਲੇ ਹੀ ਬਣਨਗੇ, ਕਰਵਡ ਸਰਫੇਸ ਏਰੀਆ, ਟੋਟਲ ਸਰਫੇਸ ਏਰੀਆ ਤੇ ਵੋਲਿਊਮ। ਕਰਵਡ ਸਰਫੇਸ ਏਰੀਆ मतलब पासवीं सतह। ਹੁਣ ਇਹਦੀ ਪਾਸਵੀਂ ਸਤਹ ਕਿਹੜੀ ਹੋਏਗੀ ਬੱਚੇ? ਇਹਦਾ ਹੇਠਾਂ ਵਾਲਾ ਸਰਕਲ ਛੱਡ ਦੇਣਾ। ਠੀਕ ਹੈ, ਤਾਂ ਆਪਾਂ ਸਿਰਫ ਇਹਦੀ ਜਿਹੜੀ ਆ ਸਾਈਡ ਰਹਿ ਗਈ, ਇਹ ਬਣੀ ਕਿੱਥੋਂ ਹੈ? ਇਹ ਪੂਰੇ ਸਰਕਲ ਦੇ ਵਿੱਚੋਂ ਜਦੋਂ ਆਪਾਂ ਇੱਕ ਅਰਧ ਵਿਆਸੀ ਖੰਡ ਕੱਢ ਦਿੰਦੇ ਆ, ਇਸ ਟੁਕੜੇ ਨੂੰ ਕੱਢ ਦੋ, ਕੱਟ ਦੋ। ਘਰੇ ਜਦੋਂ ਤੁਸੀਂ ਹੁਣ ਬੈਠੇ ਹੋਗੇ ਨਾ ਤਾਂ ਪੇਜ ਨਾਲ ਬਣਾ ਕੇ ਦੇਖਿਓ, ਆ ਚੀਜ਼ ਕੱਢਦੀ ਹੋ, ਤੁਹਾਡੇ ਕੋਲੇ ਇਹ ਇਸ ਤਰ੍ਹਾਂ ਦਾ ਸਰਕਲ ਰਹਿ ਜਾਏਗਾ। ਜਦੋਂ ਇਹਨਾਂ ਦੇ ਇਹ ਦੋਨੋਂ ਪਾਰਟਸ ਨੂੰ ਤੁਸੀਂ ਮਿਲਾਓਗੇ ਬੇਟਾ, ਤਾਂ ਉਹ ਇੱਕ ਕੋਨ ਦਾ ਰੂਪ ਲੈ ਲੇਗਾ। ਠੀਕ ਹੈ, ਤਾਂ ਇਹ ਆਪਣੀ ਪਾਸਵੀਂ ਸਤਹ ਦੇ ਵਿੱਚ ਸਿਰਫ ਆਪਾਂ ਨੂੰ ਆਹੀ ਚੀਜ਼ ਚਾਹੀਦੀ ਹੈ। ਠੀਕ ਹੈ, ਤਾਂ ਇਹ ਕੀ ਹੁੰਦੀ ਹੈ ਬੇਟਾ? ਇਹ ਫਾਰਮੂਲਾ ਹੁੰਦਾ ਹੈ ਪਾਈ ਆਰ ਐਲ। ਠੀਕ ਹੈ, ਤੇ ਟੋਟਲ ਸਰਫੇਸ ਏਰੀਆ, ਇਹਦੀ ਕੁੱਲ ਸਤਹ। ਹੁਣ ਕੁੱਲ ਸਤਹ ਦੇ ਵਿੱਚ ਕੀ ਹੋਊਗਾ? ਆਪਾਂ ਸਰਕਲ ਛੱਡਿਆ ਸੀ, ਤਾਂ ਸਰਕਲ ਦਾ ਏਰੀਆ, ਇਸ ਸਰਕਲ ਦਾ ਏਰੀਆ ਇਹਦੇ ਵਿੱਚ ਐਡ ਕਰ ਦਿਓ, ਪਾਈ ਆਰ ਸਕੁਅਰ। ਪਾਈ ਆਰ ਆਪਣੇ ਕੋਲ ਕਾਮਨ ਆ ਜਾਏਗਾ, ਬ੍ਰੈਕਟ ਦੇ ਵਿੱਚ ਰਹਿ ਜਾਏਗਾ ਐਲ ਪਲੱਸ ਆਰ। ਹੁਣ ਆ ਗਿਆ ਇਹਦਾ ਬੇਟਾ ਜੀ ਵੋਲਿਊਮ, ਆਇਤਨ। ਇਹ ਗੱਲ ਆਪਾਂ ਧਿਆਨ ਰੱਖਣੀ ਹੈ ਕਿ ਜਿਹੜਾ ਆਇਤਨ ਹੁੰਦਾ ਉਹਦਾ ਸਿਲੰਡਰ ਦੇ ਆਇਤਨ ਦੇ ਨਾਲ ਰਿਲੇਸ਼ਨ ਹੈ। ਕਿਸ ਤਰ੍ਹਾਂ ਦਾ? ਜਿਹੜਾ ਸ਼ੰਕੂ ਦਾ ਆਇਤਨ ਹੁੰਦਾ ਉਹ 1/3 ਹੁੰਦਾ, ਬਾਕੀ ਸਾਰਾ ਫਾਰਮੂਲਾ ਕਿਹਦਾ ਹੈ? ਸਿਲੰਡਰ ਦਾ। ਦੇਖੋ 1/3 ਜਾਂ 1/3 ਪਾਈ ਆਰ ਸਕੁਅਰ ਐਚ। ਇਹਦਾ ਮਤਲਬ ਕੀ ਹੁੰਦਾ ਬੇਟਾ? ਦੇਖੋ ਇਹ ਸੇਮ ਹਾਈਟ, ਸੇਮ ਰੇਡੀਅਸ ਦੇ ਜੇ ਆਪਾਂ ਤਿੰਨ ਕੋਣ ਲੈਣੇ ਆ, ਇਹਨਾਂ ਨੂੰ ਭਰ ਕੇ ਸੇਮ ਬੇਸ ਤੇ ਸੇਮ ਹਾਈਟ ਵਾਲਾ ਇੱਕ ਸਿਲੰਡਰ ਭਰਿਆ ਜਾਂਦਾ। ਤਾਂ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਇਹ ਪਾਈ ਆਰ ਸਕੁਅਰ ਐਚ ਹੈ। ਠੀਕ ਹੈ, ਤਾਂ ਇਹ ਜਿਹੜੇ ਹੋਣਗੇ, ਇੱਕ ਦਾ ਆਇਤਨ ਕਿੰਨਾ ਹੋਏਗਾ? ਇਹਦਾ ਤੀਜਾ ਹਿੱਸਾ ਹੋ ਜਾਏਗਾ 1/3 ਪਾਈ ਆਰ ਸਕੁਅਰ ਐਚ। ਠੀਕ ਹੈ ਜੀ, ਕਿਉਂਕਿ ਤਿੰਨ ਸ਼ੰਕੂ ਭਰਨ ਤੇ ਆਪਣਾ ਇੱਕ ਸਿਲੰਡਰ ਭਰਦਾ। ਤਿੰਨੋਂ ਫਾਰਮੂਲੇ ਪਤਾ ਲੱਗ ਗਏ ਇਹਦੇ। ਨੈਕਸਟ ਫਿਗਰ ਹੈ ਆਪਣੇ ਕੋਲੇ ਸਫੀਅਰ। ਇਹ ਕਿਹੜੀ ਫਿਗਰ ਹੈ? ਸਫੀਅਰ, ਜਿਹਨੂੰ ਆਪਾਂ ਕਹਿੰਦੇ ਆ ਗੋਲਾ। ਗੋਲਾ ਕਿਸ ਤਰ੍ਹਾਂ ਦੀ ਸ਼ਕਲ ਹੈ? ਇਹ ਲੱਗਦਾ ਚੱਕਰ ਹੈ, ਪਰ ਇਹਨੂੰ ਆਪਾਂ ਡਰਾ ਨਹੀਂ ਕਰ ਸਕਦੇ ਸਾਫ ਪੇਜ ਤੇ। ਜਿਵੇਂ ਇੱਥੇ ਦਿਖ ਰਿਹਾ ਤੁਹਾਨੂੰ, ਇੱਕ ਬਾਲ ਹੈ, ਉੱਭਰੀ ਹੋਈ ਬਾਲ, ਤਾਂ ਇਹ ਸਫੀਅਰ ਹੈ। ਠੀਕ ਹੈ, ਤਾਂ ਜਦੋਂ ਸਫੀਅਰ ਹੈ ਤਾਂ ਬੇਟਾ ਉਹਦੇ ਅੰਦਰਲੇ ਪਾਸੇ ਜਿਹੜਾ ਉਹਦਾ ਬਿਲਕੁਲ ਸੈਂਟਰ ਹੋਊਗਾ, ਤਾਂ ਉੱਥੋਂ ਆਪਣੇ ਕੋਲ ਕੀ ਮਿਲੂਗੀ? ਆਰ, ਰੇਡੀਅਸ। ਠੀਕ ਹੈ, ਤਾਂ ਜਿੱਧਰ ਨੂੰ ਵੀ ਆਪਾਂ ਦੇਖਾਂਗੇ ਉਹ ਰੇਡੀਅਸ ਹੀ ਹੋਊਗਾ। ਇਹਦੀਆਂ ਵੀ ਤਿੰਨ ਚੀਜ਼ਾਂ ਹੀ, ਤਿੰਨੋਂ ਹੀ ਖੇਤਰਫਲ ਆਪਾਂ ਪਤਾ ਕਰਨੇ ਨੇ। ਪਹਿਲਾ ਹੈਗਾ ਇਹਦਾ ਕਰਵਡ ਸਰਫੇਸ ਏਰੀਆ, ਟੋਟਲ ਸਰਫੇਸ ਏਰੀਆ, ਤੇ ਤੀਸਰਾ ਹੁੰਦਾ ਆਪਣੇ ਕੋਲੇ ਵੋਲਿਊਮ। ਤਾਂ ਇਹਦਾ ਕਰਵਡ ਸਰਫੇਸ, ਕਰਵਡ ਸਰਫੇਸ ਹੋਊਗਾ ਬੇਟਾ ਇਹਦਾ 4 ਪਾਈ ਆਰ ਸਕੁਅਰ। ਟੋਟਲ ਸਰਫੇਸ ਏਰੀਆ ਕਿੰਨਾ ਹੋਊਗਾ? 4 ਪਾਈ ਆਰ ਸਕੁਅਰ। ਹੈਰਾਨ ਹੋ ਗਏ? ਹੋਣਾ ਵੀ ਚਾਹੀਦਾ। ਦੇਖੋ ਕਰਵਡ ਸਰਫੇਸ ਏਰੀਆ ਵੀ ਕਹਿ ਰਹੇ ਹਾਂ ਆਪਾਂ, ਟੋਟਲ ਸਰਫੇਸ ਏਰੀਆ ਵੀ ਕਹਿ ਰਹੇ ਹਾਂ, ਤੇ ਦੋਨੋਂ ਸੇਮ ਵੀ ਕਹਿ ਰਹੇ ਹਾਂ। ਇਹ ਬੇਟਾ ਸੇਮ ਹੀ ਹੁੰਦੇ ਨੇ। ਲੁੱਕ ਐਟ ਦਿਸ ਫਿਗਰ। ਇਹਦੀ ਕੋਈ ਪਾਸਵੀਂ ਸਤਹ ਨਹੀਂ ਹੈ, ਕੋਈ ਕੁੱਲ ਸਤਹ ਨਹੀਂ ਹੈ, ਸਿਰਫ ਇੱਕੋ ਹੀ ਸਤਹ ਹੈ। ਸਾਰੇ ਪਾਸਿਓਂ ਇਹ ਰਾਊਂਡ ਹੈ। ਇੱਕ ਬਾਲ ਤੁਸੀਂ ਆਪਣੇ ਹੱਥ 'ਚ ਲੈ ਕੇ ਦੇਖੋ, ਉਹਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਤਹਾਂ ਨਹੀਂ ਬਣਦੀਆਂ, ਉਹ ਸਾਰੇ ਪਾਸਿਓਂ ਇੱਕ ਸਤਹ ਹੀ ਗਿਣੀ ਜਾਊਗੀ। ਇਸ ਕਰਕੇ ਉਹਦੀ ਜਿਹੜੀ ਕਰਵਡ ਹੈ ਤੇ ਟੋਟਲ ਹੈ, ਉਹ ਦੋਨੋਂ ਹੀ ਕੀ ਹੋਣਗੀਆਂ ਬੇਟਾ? 4 ਪਾਈ ਆਰ ਸਕੁਅਰ। ਠੀਕ ਹੈ ਜੀ, ਇੰਨਾ ਕਲੀਅਰ ਹੋ ਗਿਆ। ਤੇ ਜੇ ਹੁਣ ਆਪਾਂ ਇਸ ਦੇ ਵੋਲਿਊਮ ਵੱਲ ਆਉਂਦੇ ਹਾਂ, ਤਾਂ ਇਸ ਦਾ ਜਿਹੜਾ ਵੋਲਿਊਮ ਹੈ, ਤਾਂ ਇਸ ਦਾ ਵੋਲਿਊਮ ਬੇਟਾ ਜੀ ਆਏਗਾ 4/3 ਪਾਈ ਆਰ ਦੀ ਪਾਵਰ 3। ਠੀਕ ਹੈ ਜੀ, ਕਲੀਅਰ ਹੋ ਗਿਆ, ਇਹ ਯਾਦ ਹੋ ਜਾਊਗਾ। ਨੈਕਸਟ ਜਿਹੜੀ ਆਪਣੇ ਕੋਲੇ ਲਾਸਟ ਫਿਗਰ ਆ ਰਹੀ ਹੈ, ਉਹ ਹੈਗੀ ਹੈ ਅਰਧ ਗੋਲਾ। ਠੀਕ ਹੈ, ਅਰਧ ਗੋਲਾ, ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਹੈਮੀ ਸਫੀਅਰ। ਤਾਂ ਹੈਮੀ ਸਫੀਅਰ, ਹੁਣ ਦੇਖੋ ਪੂਰੇ ਗੋਲੇ ਨੂੰ ਆਪਾਂ ਅੱਧ ਵਿਚਾਲਿਓਂ ਕੱਟਤਾ, ਰੇਡੀਅਸ ਤਾਂ ਰਹੇਗਾ ਨਾ, ਅਰਧ ਵਿਆਸ ਤਾਂ ਰਹੇਗਾ। ਇਹ ਹੋਲੋ ਵੀ ਹੈ, ਇਹ ਆਪਣੇ ਕੋਲੇ ਭਰਿਆ ਹੋਇਆ ਵੀ ਹੈ। ਠੀਕ ਹੈ,
ਸਾਰੇ ਪਾਸੇ ਇਹਦੀ ਆਰ ਹੀ ਹੁੰਦੀ ਹੈ। ਸੈਂਟਰ ਤੋਂ ਆਪਾਂ ਜਿਹੜੇ ਮਰਜ਼ੀ ਪਾਸੇ ਡਰਾ ਕਰ ਦਈਏ ਤਾਂ ਉਹਨੂੰ ਆਪਾਂ ਆਰ ਕਹਾਂਗੇ। ਠੀਕ ਹੈ, ਇਹਦਿਆਂ ਵੀ ਆਪਣੇ ਕੋਲੇ 3 ਹੀ ਫਾਰਮੂਲੇ ਹੁੰਦੇ ਆ। ਕਰਵਡ ਸਰਫੇਸ ਏਰੀਆ, ਟੋਟਲ ਸਰਫੇਸ ਏਰੀਆ, ਪਾਸਵੀਂ ਸਤ੍ਹਾ, ਕੁੱਲ ਸਤ੍ਹਾ ਤੇ ਵੋਲਿਊਮ। ਹੁਣ ਇਹਦੇ ਵਿੱਚ ਟੇਢੀ ਸਤ੍ਹਾ ਹੈਗੀ ਹੈ, ਕਿਹੜੀ ਬੇਟਾ? ਦੇਖੋ ਜਿਹਨੂੰ ਮੈਂ ਕਲਰ ਕਰ ਰਹੀ ਹਾਂ, ਇਹ ਸਾਰੇ ਪਾਸਿਓਂ, ਦੂਸਰੇ ਪਿਛਲੇ ਪਾਸਿਓਂ ਵੀ ਜਿਹੜਾ ਤੁਹਾਨੂੰ ਨਹੀਂ ਦਿਖ ਰਿਹਾ ਨਾ, ਉਸ ਪਾਸਿਓਂ ਵੀ ਇਹ ਜਿਹੜੀ ਹੋਊਗੀ ਇਹਦੀ ਟੇਢੀ ਸਤ੍ਹਾ ਹੋਊਗੀ, ਯਾਨੀ ਕਿ ਇਹ ਵਾਲੀ। ਠੀਕ ਹੈ, ਜਦੋਂ ਮੈਂ ਇਹਨੂੰ ਕਲਰ ਕਰ ਰਹੀ ਹਾਂ ਤਾਂ ਇਹ ਟੇਢੀ ਸਤ੍ਹਾ ਕੀ ਹੋਊਗੀ? ਆਪਣਾ ਜਿਹੜਾ ਪੂਰਾ ਵੋਲਿਊਮ ਸੀਗਾ, ਪੂਰਾ ਜਿਹੜਾ ਸਫੀਅਰ ਸੀਗਾ, ਗੋਲਾ ਸੀਗਾ, ਉਹਦੀ ਕਰਵਡ ਸਰਫੇਸ ਤੇ ਟੋਟਲ ਸਰਫੇਸ ਕਿੰਨੀ ਆਈ ਸੀ? 4 ਪਾਈ ਆਰ ਸਕੁਅਰ। ਇਹਨੂੰ ਆਪਾਂ ਅੱਧਾ ਕਰਤਾ ਤੇ ਇਹ ਕਿੰਨੀ ਬਣ ਜੂਗੀ? 2 ਪਾਈ ਆਰ ਸਕੁਅਰ। ਠੀਕ ਹੈ ਜੀ, ਫਾਰਮੂਲਾ ਯਾਦ ਕਰਨ ਦਾ ਢੰਗ ਪਤਾ ਲੱਗ ਗਿਆ ਤੁਹਾਨੂੰ। ਗੋਲੇ ਦਾ ਪਤਾ ਹੈ 4 ਪਾਈ ਆਰ ਸਕੁਅਰ, ਇਹਨੂੰ ਅੱਧਾ ਕਰ ਦਿਓ 2 ਪਾਈ ਆਰ ਸਕੁਅਰ। ਹੁਣ ਟੋਟਲ ਦੇ ਵਿੱਚ ਕੀ ਹੋਇਆ? ਟੋਟਲ ਦੇ ਵਿੱਚ ਆ ਜਿਹੜਾ ਏਰੀਆ ਉੱਪਰ ਵਾਲਾ ਜਿਹੜਾ ਸਰਕਲ ਹੈ ਬੇਟੇ, ਇਹਦਾ ਏਰੀਆ ਵੀ ਵਿੱਚ ਐਡ ਹੋ ਗਿਆ। ਇਹ ਕਿਹੜਾ? 2 ਪਾਈ ਆਰ ਸਕੁਅਰ ਹੈਗਾ ਸੀ, 1 ਪਾਈ ਆਰ ਸਕੁਅਰ ਉੱਪਰ ਹੋਰ ਐਡ ਹੋ ਗਿਆ। ਤਾਂ ਇਹ ਸੇਮ ਨੇ, ਲਾਈਕ ਟਰਮਸ ਨੇ, ਤਾਂ ਕਿੰਨੀ ਬਣ ਗਈ? 3 ਪਾਈ ਆਰ ਸਕੁਅਰ। ਜਿਹੜਾ ਵੋਲਿਊਮ ਹੈ, ਹੁਣ ਵੋਲਿਊਮ ਜਿਹੜਾ ਪੂਰੇ ਗੋਲੇ ਦਾ ਸੀ ਉਹ ਸੀਗਾ 4/3 ਪਾਈ ਆਰ ਦੀ 3, ਤਾਂ ਇਹਨੂੰ ਹਾਫ ਕਰ ਦਿਓ। ਹਾਫ ਕਰਨ ਦਾ ਮਤਲਬ ਇਸ 2 ਨੇ ਕਿੱਥੇ ਚਲੇ ਜਾਣਾ? 1/2 ਰੈਸੀਪ੍ਰੋਕਲ ਹੋ ਜਾਣਾ। ਤਾਂ 4/3 ਦਾ ਕਿੰਨਾ ਰਹਿ ਜਾਊਗਾ? 2/3 ਪਾਈ ਆਰ ਦੀ 3। ਤਾਂ ਇਹ ਬਣ ਜਾਏਗਾ ਬੇਟਾ ਜੀ ਤੁਹਾਡੇ ਅੱਧੇ ਗੋਲੇ ਦਾ ਆਇਤਨ। ਸਾਰੀਆਂ ਸ਼ੇਪਸ ਸਮਝ ਆ ਗਈਆਂ? ਸਭ ਤੋਂ ਪਹਿਲਾਂ ਦੇਖੋ ਆਪਾਂ ਕੀਤਾ ਸੀ ਕਿਊਬ, ਉਹਦਾ ਕਰਵਡ ਸਰਫੇਸ ਏਰੀਆ ਸੀ 4a ਸਕੁਅਰ, ਟੋਟਲ ਸੀ 6a ਸਕੁਅਰ ਤੇ ਵੋਲਿਊਮ ਸੀਗਾ a ਕਿਊਬ। ਫਿਰ ਆਪਾਂ ਕੀਤਾ ਸੀਗਾ ਆਪਣੇ ਕੋਲੇ ਕਿਊਬੋਇਡ, ਉਹਦਾ ਵੋਲਿਊਮ ਸੀਗਾ LBH ਤੇ ਉਹਦਾ ਜਿਹੜਾ ਕਰਵਡ ਸਰਫੇਸ ਏਰੀਆ ਸੀ ਉਹ ਸੀਗਾ 2 × H L + B। ਜਿਹੜਾ ਇਹਦਾ ਟੋਟਲ ਸਰਫੇਸ ਏਰੀਆ ਸੀ ਉਹ ਬਣਿਆ ਸੀ 2 × LB + BH + HL। ਨੈਕਸਟ ਫਿਗਰ ਸੀ ਬੇਟਾ ਸਿਲੰਡਰ, ਜਿਹਦਾ ਕਰਵਡ ਸਰਫੇਸ ਏਰੀਆ ਸੀ 2 ਪਾਈ ਆਰ ਐਚ, ਟੋਟਲ ਸੀ 2 ਪਾਈ ਆਰ ਐਚ + ਆਰ ਤੇ ਵੋਲਿਊਮ ਸੀਗਾ ਪਾਈ ਆਰ ਸਕੁਅਰ ਐਚ। ਨੈਕਸਟ ਫਿਗਰ ਸੀ ਆਪਣੇ ਕੋਲੇ ਕੋਨ, ਸ਼ੰਕੂ, ਜਿਹਦੀ ਪਾਸਵੀਂ ਸਤ੍ਹਾ ਬਣੀ ਸੀ ਪਾਈ ਆਰ ਐਲ, ਕੁੱਲ ਸਤ੍ਹਾ ਪਾਈ ਆਰ ਐਲ + ਆਰ ਤੇ ਆਇਤਨ ਬਣਿਆ ਸੀ ਸਿਲੰਡਰ ਦੇ ਆਇਤਨ ਦਾ 1/3 ਹਿੱਸਾ, 1/3 ਪਾਈ ਆਰ ਸਕੁਅਰ ਐਚ। ਨੈਕਸਟ ਫਿਗਰ ਗੋਲਾ ਸਫੀਅਰ, ਇਹਦੀ ਜਿਹੜੀ ਕਰਵਡ ਤੇ ਟੋਟਲ ਸੇਮ ਹੁੰਦੀ ਹੈ 4 ਪਾਈ ਆਰ ਸਕੁਅਰ। ਤੁਹਾਨੂੰ ਸਾਰੇ ਕੁਐਸਚਨਸ ਦੇ ਵਿੱਚ ਸਤ੍ਹਾ ਹੀ ਮਤਲਬ ਲਿਖਿਆ ਆਊਗਾ, ਕਰਵ ਜਾਂ ਟੋਟਲ ਨਹੀਂ ਲਿਖਿਆ ਆਊਗਾ ਵੀ ਸਤ੍ਹਾ ਦਾ ਖੇਤਰਫਲ ਕੱਢੋ। ਠੀਕ ਹੈ, ਤੇ ਵੋਲਿਊਮ ਹੈਗਾ ਬੇਟਾ 4/3 ਪਾਈ ਆਰ ਦੀ 3। ਲਾਸਟ ਫਿਗਰ ਆਪਣੇ ਕੋਲੇ ਸੀਗੀ ਹੈਮੀਸਫੀਅਰ, ਜਦੋਂ ਕਰਵਡ ਪਤਾ ਕਰਨਾ ਹੈ ਤਾਂ ਪੂਰੇ ਗੋਲੇ ਦਾ ਅੱਧ ਕਰ ਦਿਓ, 2 ਪਾਈ ਆਰ ਸਕੁਅਰ ਰਹਿ ਜਾਊਗਾ। ਟੋਟਲ ਕਰਨਾ ਤਾਂ ਤੁਹਾਨੂੰ ਮੈਂ ਦੱਸਿਆ ਸੀ ਵੀ ਇਹ ਜਿਹੜੀ ਉੱਪਰਲਾ ਚੱਕਰ ਹੈ ਇਹਦੇ ਵਿੱਚ ਐਡ ਹੋ ਜਾਏਗਾ, ਇਹ ਤੁਹਾਡਾ ਬਣ ਜਾਏਗਾ 3 ਪਾਈ ਆਰ ਸਕੁਅਰ। ਵੋਲਿਊਮ ਕੱਢਾਂਗੇ ਤਾਂ ਜਿਹੜਾ ਟੋਟਲ ਸੀਗਾ ਗੋਲੇ ਦਾ ਆਇਤਨ ਉਹਦਾ ਅੱਧਾ ਕਰ ਦਾਂਗੇ। ਠੀਕ ਹੈ ਜੀ, ਮੈਨੂੰ ਪੂਰੀ ਆਸ ਹੈ ਵੀ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੇਗੀ। ਇਹਨੂੰ ਲਾਈਕ ਜ਼ਰੂਰ ਕਰ ਦਿਓ ਬੇਟਾ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੇ ਹਾਲੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕਿਉਂਕਿ ਆਪਾਂ ਇੱਦਾਂ ਹੀ ਬਹੁਤ ਈਜ਼ੀ ਤਰੀਕੇ ਨਾਲ ਪੜ੍ਹਦੇ ਜਾਵਾਂਗੇ ਤੇ ਵਧੀਆ ਨੰਬਰ ਵੀ ਲਵਾਂਗੇ। ਠੀਕ ਹੈ ਜੀ, ਬਾਏ ਬੇਟਾ।